सन 1960 ਦੌਰਾਨ ਜਦੋਂ ਹਿੰਦੁਸਤਾਨ ਵਿੱਚ ਨਕਸਲਵਾੜੀ ਲਹਿਰ ਦਾ ਉਭਾਰ ਕਾਫੀ ਹੱਦ ਤੱਕ ਸੀ, ਜਿਸ ਦਾ ਪ੍ਰਭਾਵ ਪੰਜਾਬ ਵਿੱਚ ਵੀ ਪਿਆ। ਉਸ ਲਹਿਰ ਦੇ ਕੁਝ ਕਵੀਆਂ ਨੇ ਸਾਡੇ ਪੰਜਾਬੀ ਸਾਹਿਤ ਦੀ ਝੋਲੀ ਵਿੱਚ ਬਹੁਤ ਹੀ ਅਮੁੱਲਾ ਕਵਿਤਾ ਦਾ ਯੋਗਦਾਨ ਪਾਇਆ। ਸੰਤ ਰਾਮਦਾਸੀ, ਪਾਸ਼, ਲਾਲ ਸਿੰਘ ਦਿਲ ਇੱਕ ਅਜਿਹੇ ਵਿਲੱਖਣ ਨਾਂ ਹਨ, ਪਰ ਵਿਸ਼ੇਸ਼ ਤੌਰ 'ਤੇ ਜੋ ਨਾਂ ਪ੍ਰਗਟ ਹੋਇਆ ਡਾਕਟਰ ਸਤਿੰਦਰ ਧੰਜਲ, ਜੋ ਅੱਜ ਕੱਲ੍ਹ ਕੈਨੇਡਾ ਦੇ ਸ਼ਹਿਰ ਕੈਮਰੂਸ ਵਿਖੇ ਰਹਿ ਰਹੇ ਹਨ ਅਤੇ ਉਹ ਅੱਜ ਸਾਡੇ ਸਟੂਡੀਓ ਵਿੱਚ ਆਏ ਹਨ। ਅਸੀਂ ਉਹਨਾਂ ਦਾ ਹਾਰਦਿਕ ਸਵਾਗਤ ਕਰਦੇ ਹਾਂ। ਡਾਕਟਰ ਸਤਿੰਦਰ ਧੰਜਲ ਜੀ, ਸਾਡੇ ਸਟੂਡੀਓ ਵਿੱਚ ਤੁਹਾਡੇ ਆਉਣ ਦਾ ਬਹੁਤ ਹੀ ਬਹੁਤ ਜੀ ਆਇਆਂ ਨੂੰ। ਅੰਮ੍ਰਿਤ ਦੀਵਾਨਾ ਜੀ, ਤੁਹਾਡਾ ਅਤੇ ਮਹਿਕ ਪੰਜਾਬ ਦੀ ਪ੍ਰੋਗਰਾਮ ਦੇ ਦਰਸ਼ਕਾਂ ਦਾ, ਸਰੋਤਿਆਂ ਦਾ ਹਾਰਦਿਕ ਧੰਨਵਾਦ। ਧੰਜਲ ਸਾਹਿਬ, ਕ੍ਰਾਂਤੀਕਾਰੀ ਪੰਜਾਬੀ ਕਵਿਤਾ ਦੇ ਮੋਢੀ ਕਵੀ ਕਿਹੜੇ ਹਨ? ਕ੍ਰਾਂਤੀਕਾਰੀ ਪੰਜਾਬੀ ਕਵਿਤਾ ਦੇ ਵਿੱਚ 9 ਮੋਢੀ ਕਵੀ ਮੰਨੇ ਜਾਂਦੇ ਨੇ, ਜਿਨ੍ਹਾਂ 'ਚੋਂ 5 ਸਾਡੇ ਵਿਚਕਾਰ ਨਹੀਂ ਹਨ। ਪਾਸ਼, ਸੰਤ ਰਾਮਦਾਸੀ, ਲਾਲ ਸਿੰਘ ਦਿਲ, ਹਰਭਜਨ ਹਲਵਾਰਬੀ ਅਤੇ ਗੁਰਦੀਪ ਗਰੇਵਾਲ, ਇਹ 5 ਸਾਨੂੰ ਸਦੀਵੀ ਵਿਛੋੜਾ ਦੇ ਚੁੱਕੇ ਹਨ। ਜਿਹੜੇ 4 ਹੋਰ ਮੋਢੀ ਕ੍ਰਾਂਤੀਕਾਰੀ ਕਵੀ ਸਾਡੇ ਵਿਚਕਾਰ ਹਨ, ਉਹਨਾਂ 'ਚ ਪ੍ਰਮੁੱਖ ਨਾਮ ਨੇ ਦਰਸ਼ਨ ਖਟਕੜ, ਅਮਰਜੀਤ ਚੰਦਨ, ਡਾਕਟਰ ਵਿਰਾਮ ਸੰਧੂ ਅਤੇ ਸੰਤ ਸੰਧੂ। ਧੰਜਲ ਭਾਜੀ, ਤੁਸੀਂ ਕਿਹੜੇ ਕਿਹੜੇ ਕਾਵਿ ਸੰਗ੍ਰਹਿ ਲਿਖੇ? ਮੇਰੇ ਹੁਣ ਤੱਕ 4 ਕਾਵਿ ਸੰਗ੍ਰਹਿ ਪ੍ਰਕਾਸ਼ਿਤ ਹੋ ਚੁੱਕੇ ਨੇ। ਪਹਿਲਾ ਕਾਵਿ ਸੰਗ੍ਰਹਿ ਸੀ ਦੀਵਾਨਾ ਜੀ ਸੂਰਜਾਂ ਦੇ ਹਮਸਫ਼ਰ, ਜੋ 1972 ਦੇ ਵਿੱਚ ਮੇਰੇ ਕੈਨੇਡਾ ਆਉਣ ਤੋਂ ਥੋੜ੍ਹਾ ਜਿਹਾ ਚਿਰ ਪਹਿਲਾਂ ਹਿੰਦੁਸਤਾਨ 'ਚ ਪ੍ਰਕਾਸ਼ਿਤ ਹੋਇਆ। ਦੂਜਾ ਕਾਵਿ ਸੰਗ੍ਰਹਿ 3 ਕੋਣ, ਜਿਹੜਾ ਮੇਰੇ ਤੋਂ ਇਲਾਵਾ ਇਕਬਾਲ ਰਾਮੂਵਾਲੀਆ ਅਤੇ ਸੁਖਿੰਦਰ, 2 ਕੈਨੇਡਾ ਦੇ ਹੋਰ ਸ਼ਾਇਰ ਮਿੱਤਰ ਨੇ, ਸਾਡਾ ਤਿੰਨਾਂ ਦਾ ਸਾਂਝਾ ਕਾਵਿ ਸੰਗ੍ਰਹਿ ਹੈ। ਔਰ ਉਹ ਕਈ ਵਰ੍ਹੇ ਦਿੱਲੀ ਯੂਨੀਵਰਸਿਟੀ ਦੇ MA ਦੇ ਵਿਦਿਆਰਥੀਆਂ ਨੂੰ ਪੜ੍ਹਾਇਆ ਜਾਂਦਾ ਰਿਹਾ। 1979 'ਚ ਪ੍ਰਕਾਸ਼ਿਤ ਹੋਇਆ। ਫਿਰ 1985 ਦੇ ਵਿੱਚ ਫਿਰਕੂ ਜਨੂਨ ਅਤੇ ਹਕੂਮਤੀ ਦਹਿਸ਼ਤਗਰਦੀ ਦੇ ਦੌਰ ਦੇ ਵਿੱਚ ਤੀਜਾ ਕਾਵਿ ਸੰਗ੍ਰਹਿ ਛਪਿਆ, ਜ਼ਖਮਾਂ ਦੀ ਫਸਲ। ਅਤੇ ਚੌਥਾ ਅਤੇ ਛੋਟਾ ਜਿਹਾ ਕਾਵਿ ਸੰਗ੍ਰਹਿ ਪਾਸ਼ ਦੀ ਯਾਦ ਵਿੱਚ 10 ਕਵਿਤਾਵਾਂ, ਇਹ ਪਾਸ਼ ਦੇ ਕਤਲ ਤੋਂ ਬਾਅਦ 23 ਮਾਰਚ 1988 ਤੋਂ ਬਾਅਦ ਪ੍ਰਕਾਸ਼ਿਤ ਹੋਇਆ। ਸੋ ਇਹ ਹਨ 4 ਕਾਵਿ ਸੰਗ੍ਰਹਿ ਜਿਹੜੇ ਮੈਂ ਹੁਣ ਤੱਕ ਪੰਜਾਬੀ ਸਾਹਿਤ ਦੀ ਝੋਲੀ 'ਚ ਪਾਏ ਨੇ। ਡਾਕਟਰ ਸਾਹਿਬ, ਤੁਸੀਂ ਪਾਸ਼ ਦੇ ਕਾਫੀ ਨਜ਼ਦੀਕ ਰਹੇ ਹੋ, ਅਤੇ ਉਹਦੀ ਪਹਿਲੀ ਮਿਲਣੀ ਅਤੇ ਨਾਲੋਂ ਨਾਲ ਹੋਰ ਮਿਲਣੀਆਂ ਬਾਰੇ ਵੀ ਸਾਡੇ ਕੋਲ ਜ਼ਿਕਰ ਕਰੋ। ਪਾਸ਼ ਨਾਲ ਮੇਰੀਆਂ ਮਿਲਣੀਆਂ ਦੀ ਗਿਣਤੀ ਤਾਂ ਬੜੀ ਥੋੜ੍ਹੀ ਜਿਹੀ ਹੈ, ਪਰ ਉਹਨਾਂ ਮਿਲਣੀਆਂ ਨੇ ਸਾਰੀ ਜ਼ਿੰਦਗੀ ਵਾਸਤੇ ਮੇਰੇ ਸੋਚਣ ਦਾ ਅੰਦਾਜ਼ ਹੀ ਬਦਲ ਦਿੱਤਾ। ਪਹਿਲੀ ਵਾਰੀ ਮੈਂ ਉਸ ਨੂੰ ਉਹਦੇ ਪਿੰਡ ਤਲਵੰਡੀ ਸਲੇਮ 1972 'ਚ ਮਿਲਣ ਗਿਆ, ਜਦੋਂ ਕਿ ਮੈਂ ਕੈਨੇਡਾ ਆਉਣ ਵਾਲਾ ਸੀ। ਫਿਰ ਜਦੋਂ ਪਾਸ਼ 1986 ਦੇ ਵਿੱਚ ਅਮਰੀਕਾ ਆ ਗਿਆ, ਉਦੋਂ ਮੈਂ ਆਪਣੀ ਪਤਨੀ ਸਮੇਤ ਉਸ ਨੂੰ ਮਿਲਿਆ, 7 ਦਿਨ ਉਹਦੇ ਨਾਲ ਰਿਹਾ। ਅਤੇ ਆਖਰੀ ਮਿਲਣੀ 1987 'ਚ ਹੋਈ, ਜਦੋਂ ਮੈਂ ਅਤੇ ਪਾਸ਼ 17 ਦਿਨ ਇਕੱਠੇ ਰਹੇ। ਉਦੋਂ ਹੀ ਅਸੀਂ ਯੂਨੀਵਰਸਿਟੀ ਆਫ ਕੈਲੀਫੋਰਨੀਆ ਬਰਕਲੇ ਦੇ ਵਿੱਚ ਉਹ ਪ੍ਰੋਗਰਾਮ ਜਥੇਬੰਦ ਕੀਤਾ, ਜਿਹੜਾ ਕਿ ਉੱਤਰੀ ਅਮਰੀਕਾ 'ਚ ਪਾਸ਼ ਦਾ ਅੰਤਮ ਪ੍ਰੋਗਰਾਮ ਸੀ। ਪਾਸ਼ ਦੇ ਨਾਲ ਸ਼ਾਇਦ ਹੀ ਕੋਈ ਪੰਜਾਬੀ ਸਾਹਿਤ, ਵਿਸ਼ਵ ਪੰਜਾਬੀ ਸਾਹਿਤ ਜਾਂ ਪੰਜਾਬ ਦੀ ਕ੍ਰਾਂਤੀਕਾਰੀ ਲਹਿਰ ਦੇ ਨਾਲ ਸੰਬੰਧਿਤ ਗੱਲਾਂ ਬਾਤਾਂ ਹੋਣ, ਜਿਸ ਵਿਸ਼ੇ 'ਤੇ ਅਸੀਂ ਗੱਲਾਂ ਨਾ ਕੀਤੀਆਂ ਹੋਣ।
ਤਨਵੀਰ ਸਾਹਿਬ 23 ਮਾਰਚ 1988 ਨੂੰ ਪਾਸ਼ ਦੇ ਕਤਲ ਤੋਂ ਬਾਅਦ ਪਾਸ਼ ਯਾਦਗਾਰੀ ਕੌਮਾਂਤਰੀ ਟਰੱਸਟ ਹੋਂਦ ਵਿੱਚ ਆਇਆ, ਜਿਸ ਦੇ ਤੁਸੀਂ ਕਨਵੀਨਰ ਹੋ। ਤੇ ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਦਰਸ਼ਕਾਂ ਨੂੰ ਕੁਛ ਆਪਣੇ ਟਰੱਸਟ ਦੀਆਂ ਚੋਣਵੀਆਂ ਸਰਗਰਮੀਆਂ ਬਾਰੇ ਦੱਸੋ। ਦੀਵਾਨਾ ਜੀ, ਪਾਸ਼ ਟਰੱਸਟ ਦੀਆਂ ਸਰਗਰਮੀਆਂ ਤਾਂ ਬਹੁਤ ਜ਼ਿਆਦਾ ਨੇ, ਪਰ ਕੁਝ ਚੋਣਵੀਆਂ ਸਰਗਰਮੀਆਂ ਹਰ ਵਰੇ ਅਸੀਂ 2 ਪ੍ਰੋਗਰਾਮ ਜਥੇਬੰਦ ਕਰਦੇ ਹਾਂ। ਇੱਕ 23 ਮਾਰਚ ਨੂੰ ਪਾਸ਼ ਦੇ ਸ਼ਹੀਦੀ ਦਿਨ 'ਤੇ, ਬਲਕਿ ਪਾਸ਼ ਤੇ ਉਹਦੇ ਮਿੱਤਰ ਹੰਸਰਾਜ ਦੋਹਾਂ ਦੇ ਸ਼ਹੀਦੀ ਦਿਨ 'ਤੇ 23 ਮਾਰਚ ਨੂੰ ਉਹਨਾਂ ਦੇ ਪਿੰਡ ਤਲਵੰਡੀ ਸਲੇਮ 'ਚ ਇਸ ਪ੍ਰੋਗਰਾਮ ਦਾ ਜਿਹੜਾ ਸੁਭਾਅ ਹੈ ਉਹ ਰਾਜਨੀਤਿਕ ਹੁੰਦਾ। ਅਤੇ 9 ਸਤੰਬਰ ਨੂੰ, ਜੋ ਕਿ ਪਾਸ਼ ਦਾ ਜਨਮ ਦਿਨ ਹੈ, ਉਦੋਂ ਅਸੀਂ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਦੇ ਵਿੱਚ ਇੱਕ ਪ੍ਰੋਗਰਾਮ ਕਰਦੇ ਹਾਂ, ਜਿਹੜਾ ਕਿ ਬੁਨਿਆਦੀ ਤੌਰ 'ਤੇ ਸਾਹਿਤਕ ਹੁੰਦਾ। ਅਸੀਂ ਪਾਸ਼ ਦੀ ਯਾਦ ਦੇ ਵਿੱਚ ਪ੍ਰਗਤੀਸ਼ੀਲ ਸਾਹਿਤਕਾਰਾਂ ਨੂੰ ਸਨਮਾਨਿਤ ਵੀ ਕਰਦੇ ਰਹੇ ਹਾਂ, ਜਿਨ੍ਹਾਂ ਦੇ ਵਿੱਚ ਸੰਤੋਖ ਸਿੰਘ ਧੀਰ, ਪਿਆਰਾ ਸਿੰਘ ਸਹਿਰਾਈ, ਗੁਰਦਿਆਲ ਸਿੰਘ ਨਾਵਲਿਸਟ, ਲਾਲ ਸਿੰਘ ਦਿਲ, ਸੁਰਜੀਤ ਪਾਤਰ, ਦਰਸ਼ਨ ਖਟਕੜ, ਵਰਿਆਮ ਸਿੰਘ ਸੰਧੂ, ਅਜਮੇਰ ਔਲਖ, ਕਹਾਣੀਕਾਰ ਅਤਰਜੀਤ, ਕਹਾਣੀਕਾਰ ਜਸਵੰਤ ਸਿੰਘ ਵਿਰਦੀ, ਇਹ ਜਿਹੜੇ ਸੁਪ੍ਰਸਿੱਧ ਨਾਮ ਨੇ ਉਹ ਸ਼ਾਮਲ ਨੇ। ਅਤੇ ਇਹਨਾਂ ਤੋਂ ਇਲਾਵਾ ਅਸੀਂ ਹੁਣ 13-14 ਕਿਤਾਬਾਂ ਵੀ ਪ੍ਰਕਾਸ਼ਿਤ ਕਰ ਚੁੱਕੇ ਹਾਂ। ਇੱਕ ਇਤਫਾਕਨ ਦੀਵਾਨਾ ਜੀ, ਜਿਹੜੀ ਪਿੱਛੇ ਜੇ ਸਾਡੀ ਕਿਤਾਬ ਪਾਸ਼ ਦੀ ਬੇਟੀ ਵਿੰਕਲ ਦਾ ਵਿਆਹ ਹੋਇਆ 9 ਮਈ 2009 ਦੇ ਵਿੱਚ, ਉਦੋਂ ਪਾਸ਼ ਦੇ ਪਿਤਾ ਜੀ ਸੋਹਣ ਸਿੰਘ ਸੰਧੂ ਦੀ ਜਿਹੜੀ ਸੰਪਾਦਕ ਕਿਤਾਬ ਹੈ, ਉਹਦੇ ਵਿੱਚ ਤੁਹਾਡਾ ਲੇਖ ਵੀ ਪਾਸ਼ ਬਾਰੇ ਜਿਹੜਾ ਲਿਖਿਆ ਹੋਇਆ ਉਹ ਸ਼ਾਮਲ ਹੈ। ਅਤੇ ਉਹ ਕਾਫੀ ਮੋਟੀ ਪੁਸਤਕ ਹੈ। ਔਰ ਇਸ ਬਾਰੇ ਅਸੀਂ 23 ਮਾਰਚ ਨੂੰ ਦਿੱਲੀ ਦੇ ਪ੍ਰੋਫੈਸਰ ਤਰਲੋਕ ਚੰਦ ਘਈ ਦੀ ਲਿਖੀ ਹੋਈ ਕਿਤਾਬ ਪਾਸ਼ ਦੀਆਂ ਕਵਿਤਾਵਾਂ ਦਾ ਅੰਗਰੇਜ਼ੀ ਅਨੁਵਾਦ ਉਹ ਵੀ ਪ੍ਰਕਾਸ਼ਿਤ ਕਰ ਰਹੇ ਹਾਂ। ਅਸੀਂ ਪਾਸ਼ ਬਾਰੇ ਵੀਡੀਓ ਟੇਪਾਂ, ਆਡੀਓ ਟੇਪਾਂ ਵੀ ਬਣਾ ਚੁੱਕੇ ਹਾਂ। ਅਸੀਂ ਪਾਸ਼ ਦੀ ਯਾਦ ਵਿੱਚ ਲਾਇਬ੍ਰੇਰੀਆਂ ਵੀ ਸਥਾਪਿਤ ਕਰ ਚੁੱਕੇ ਹਾਂ, ਅਤੇ ਅਸੀਂ ਪਾਸ਼ ਦੀ ਯਾਦ ਦੇ ਵਿੱਚ ਇੱਕ ਵਿਦੇਸ਼ਾਂ ਵਿੱਚ ਵਿਸ਼ੇਸ਼ ਪ੍ਰੋਗਰਾਮਾਂ ਦੀ ਲੜੀ ਸ਼ੁਰੂ ਕੀਤੀ ਹੋਈ ਹੈ 2001 ਤੋਂ, ਜਿਹਨੂੰ ਅਸੀਂ ਕਹਿੰਦੇ ਹਾਂ ਨਵੀਂ ਸਦੀ ਦਾ ਪਹੁ ਫਟਾਲਾ। 2001 'ਚ ਇਹ ਲੜੀ ਅਸੀਂ UK 'ਚੋਂ ਸ਼ੁਰੂ ਕੀਤੀ ਸੀ, ਔਰ 2002 ਦੇ ਵਿੱਚ ਜਦੋਂ ਅਸੀਂ ਕੈਮਲੂਸ ਪ੍ਰੋਗਰਾਮ ਕੀਤਾ, ਦੀਵਾਨਾ ਜੀ ਤੁਹਾਡੇ ਯਾਦ ਹੋਣਾ, ਤੁਸੀਂ ਵੀ ਉਸ ਪ੍ਰੋਗਰਾਮ ਦੇ ਵਿੱਚ ਆਪਣੀ ਕਵਿਤਾ ਪੜ੍ਹੀ ਸੀ। ਅਤੇ 2003 'ਚ ਅਸੀਂ USA 'ਚ ਪ੍ਰੋਗਰਾਮ ਕੀਤਾ। ਇਸ ਬਾਰੇ ਵੀ ਉਸੇ ਲੜੀ ਦੇ ਵਿੱਚ ਦੀਵਾਨਾ ਜੀ ਅਸੀਂ ਜੁਲਾਈ 2010 ਦੇ ਵਿੱਚ ਕੈਲੀਫੋਰਨੀਆ ਦੇ ਵਿੱਚ ਪ੍ਰੋਗਰਾਮ ਕਰ ਰਹੇ ਹਾਂ। ਇਹ ਨੇ ਕੁਝ ਚੋਣਵੀਆਂ ਸਰਗਰਮੀਆਂ ਤਾਂ ਹੋਰ ਵੀ ਬਹੁਤ ਹੈ, ਪਰ ਇੰਨੀਆਂ ਕੁ ਕਾਫੀ ਨੇ। ਤਾਂ ਸਾਹਿਬ, ਤੁਸੀਂ ਸਾਡੇ ਦਰਸ਼ਕਾਂ ਨਾਲ ਇੰਨੀ ਜਾਣਕਾਰੀ ਸਾਂਝੀ ਕੀਤੀ, ਤੁਹਾਡਾ ਸਾਡੇ ਸਟੂਡੀਓ ਵਿੱਚ ਆਉਣ ਦਾ ਬਹੁਤ ਹੀ ਧੰਨਵਾਦ। ਵੀਰ ਅੰਮ੍ਰਿਤ ਦੀਵਾਨਾ ਜੀ, ਤੁਹਾਡਾ ਵੀ ਬਹੁਤ ਬਹੁਤ ਧੰਨਵਾਦ। ਅਤੇ ਨਾਲ ਦੀ ਨਾਲ ਮੈਂ ਮਹਿਕ ਪੰਜਾਬ ਦੀ ਪ੍ਰੋਗਰਾਮ ਦੇ ਨਿਰਮਾਤਾ ਨਿਰਦੇਸ਼ਕ ਕਮਲਜੀਤ ਥਿੰਦ ਅਤੇ ਸੰਜੀਵ ਥਿੰਦ ਹੋਰਾਂ ਦਾ ਵੀ ਹਾਰਦਿਕ ਧੰਨਵਾਦੀ ਹਾਂ।